Punjab, a northern state of India with highest per capita income, is projected as a role model in the agricultural development of the country. It is the Green Revolution which contributed immensely to make Punjab what it is today. As a result of the revolution, the economy of Punjab underwent sea changes. So it has happened with other aspects of life. High-yielding seed varieties, chemical fertilizers, weedicides and pesticides, accompanied by mechanized agriculture, made crop production grow at a fast rate. Traditional crop pattern changed as wheat and paddy dominated the scene. Area under labor-intensive crops like sugarcane, maize, nuts and pulses decreased. Green Revolution became the dominant sound in the narrative of development of Punjab. The essence of the narrative revolved around landed peasantry. There are left-outs from this narrative, but they remain integral part of the agricultural operations. ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਵੀ ਤੁਹਾਡੇ ਸਿਰ ਤੇ ਕੋਈ ਕਰਜ਼ਾ ਸੀ? ਉਦੋਂ ਤਾਂ ਜੀ ਬੁੜੇ ਨੂੰ ਪਤਾ ਹੋਣਾ ਸਾਨੂੰ ਕਿਆ ਪਤਾ, ਬੁੜੇ ਨੂੰ ਪਤਾ ਹੋਣਾ, ਬੁੜੇ ਨਹੀਂ ਲਾਏ ਦੇ ਤਜਰਬੇ ਚੱਲ ਰਹੇ ਹਨ। ਉਹਨਾਂ ਨੇ ਫਿਰ ਇੰਨਾ ਜਿਹੜਾ ਕਰਜ਼ਾ ਆ 50,000 ਇਹ ਨਿਬੜੂਗਾ ਕਿਵੇਂ? ਜਾਂ ਨਾਲ ਜਾਂ ਮੈਂ ਮਰ ਜਾਊਗਾ ਨਿਬੜ ਦੂੰਗਾ ਜੀ, ਜਾਂ ਬੱਚੇ ਨਿਬੇੜਨਗੇ ਬਾਅਦ में। The images of lush green fields, mustard leaves, agricultural machinery, and heaps of grains were circulated as symbols of Punjab. The image of Kaku Singh is missing from prevalent images. Kaku Singh is a common name of agricultural laborer in the fertile land. ਮੈਂ ਜੀ ਕਾਕੂ ਸਿੰਘ ਬੋਲ ਰਿਹਾ। ਅਸੀਂ ਸ਼ੇਰੀ ਸਾਂਝੀ ਕਰਦੇ ਹਾਂ ਬਚਪਨੇ ਤੋਂ ਲਾ ਕੇ, ਪਹਿਲਾਂ ਪਿਓ ਦਾਦਾ ਵੀ ਸ਼ੇਰੀ ਸਾਂਝੀ ਰਿਹਾ ਤੇ ਵੀ ਸਾਡੀ ਹਾਲਤ ਕੁਛ ਨਹੀਂ। ਉਦੋਂ ਹੈ ਕੋਈ 15-16 ਸਾਲ ਛੋਟੇ ਛੋਟੇ ਹਾਂ ਜੀ। ਉਦੋਂ ਕੀ ਤਨਖਾਹ ਸੀ ਤੁਹਾਡੀ? ਉਦੋਂ ਆਪਣੀ ਤਨਖਾਹ ਉਹਨੇ ਵੀ ਬਸ ਮਾੜਾ ਮੋਟੀ ਦਿੰਦੇ ਜੀ, ਰੋਟੀ ਦੀ ਕੰਮ ਕਰਦੇ ਜੀ ਤਾਂ। ਹਾਂ ਜੀ। ਕਿੰਨਾ ਚਿਰ ਰੋਟੀ ਦਾ ਕੰਮ ਕੀਤਾ? ਕਈ ਸਾਲ ਕਰਿਆ ਜੀ ਰੋਟੀ ਦੇ ਕੰਮ ਤਾਂ। ਹਾਂ ਜੀ। ਤਨਖਾਹ ਮੰਗੀ ਨਹੀਂ ਜਾਂ ਦਿੱਤੀ ਨਹੀਂ? ਤਨਖਾਹ ਤਾਂ ਜੀ ਕੋਲੇ ਬਸ ਕਹਿੰਦੇ ਵੀ ਜਵਾਕ ਆ ਚੱਲ ਵੀ ਦੇਵਾਂਗੇ ਤਨਖਾਹ। 15-16 ਸਾਲ ਦਾ ਤੇ ਬੰਦਾ ਜਵਾਕ ਨਹੀਂ ਹੁੰਦਾ। ਹਾਂ ਉਹ ਬਸ ਇਸੇ ਟਾਈਮ ਦੀ ਜੀ। ਹਾਂ ਜੀ। ਉਹ ਟਾਈਮ ਹੀ ਹੈ ਜੀ। ਮੈਨੂੰ ਘੱਟ ਤੋਂ ਘੱਟ ਜੀ ਹੋ ਗਏ 28-29 ਸਾਲ ਹੋ ਗਏ ਜੀ ਕੰਮ ਕਰਦੇ ਨੂੰ। ਕਿੰਨੀ ਉਮਰ ਦੇ ਸੀ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ? ਮੈਂ ਜੀ ਘੱਟ ਤੋਂ ਘੱਟ ਵੀ 10 ਕੁ ਸਾਲ ਦਾ ਹੋਣਾ ਜੀ। ਤੇ ਉਦੋਂ ਕੀ ਤਨਖਾਹ ਮਿਲੀ ਸੀ ਤੁਹਾਨੂੰ? ਜਦ ਮੈਨੂੰ ਮਿਲਿਆ ਤਾਂ ਜੀ 150 ਰੁਪਇਆ ਜੀ। ਅੱਛਾ। ਹਾਂ ਜੀ। ਕੰਮ ਕਿੰਨੇ ਘੰਟੇ ਹੁੰਦਾ ਸੀ? ਕੰਮ ਦਾ ਵੀ ਮਤਲਬ ਜਦ ਡੰਗਰ ਚਾਰਦੇ ਜੀ, ਫਿਰ ਉਹ ਤੋਂ ਬਾਅਦ ਮੈਂ ਵੇਖਣਾ ਫਿਰ ਦੂਆ ਖੇਤੀਬਾੜੀ ਦਾ ਬੜਾ ਕੰਮ ਲੱਗੇ ਕਰਨ, ਫਿਰ ਜਿਹਨੂੰ ਕਿ ਜ਼ਿਆਦਾ ਪੈਸੇ ਲੱਗੇ ਮਿਲਣ, ਥੋੜੇ ਵੱਧਦੇ ਜਾਈਗੇ ਬਸ ਗਾਹਾਂ ਤੇ ਗਾਹਾਂ ਲਈ ਗਏ ਇੰਨਾ ਵਾਧੂ ਖਰਚਾ ਹੋਇਆ ਨਾ ਇੰਨੀ ਨੌਕਰੀ ਨਹੀਂ ਹੁੰਦੀ ਜੀ। ਆਹੀ ਕੰਮ ਹੀ ਕਰਦੀ ਹੈ ਖੇਤੀਬਾੜੀ ਦਾ ਤੇ ਮਤਲਬ ਰਾਤ ਨੂੰ ਮਤਲਬ ਟੇਕ ਹੈ ਨਹੀਂ ਸਾਨੂੰ, ਨਸ਼ਾ ਪੱਤਾ ਖਾਣ ਲੱਗ ਗਏ ਤੇ ਉਸ ਤੋਂ ਬਾਅਦ ਕੰਮ ਮਤਲਬ ਆਪਣੀ ਕਮਜ਼ੋਰੀ ਕਾਰਨ ਘੱਟ ਗਿਆ, ਸਰੀਰ ਤੋਂ ਹੁੰਦਾ ਨਹੀਂ ਸੀਗਾ। ਫਿਰ ਇਹ ਰਕਸ਼ਾ ਚਲਾਉਣ ਲੱਗ ਗਏ, ਰਕਸ਼ੇ ਤੋਂ ਮਤਲਬ ਉਦੋਂ ਵੱਧ ਡਾਊਨ ਹੋ ਗਿਆ, ਸਰੀਰ ਢਿੱਲੇ ਹੋ ਗਏ ਮੇਰੇ। ਅੱਜ ਦੇ ਯੁੱਗ ਦੇ ਅੰਦਰ ਜਦੋਂ 30-31 ਸਾਲ 'ਚ ਬੰਦਾ ਪੂਰਾ ਵਿਕਸਿਤ ਹੁੰਦਾ, ਕਮਾਉਣ ਦੇ ਕਾਬਲ ਬਣਦਾ, ਮਤਲਬ ਹਿਊਮਨ ਰਿਸੋਰਸ ਬਣਦਾ ਸੋਸਾਇਟੀ ਲਈ। ਸਾਡੇ ਸਮਾਜ ਦੇ ਅੰਦਰ ਖੇਤ ਮਜ਼ਦੂਰ 30-35 ਸਾਲ ਦਾ ਬੁੱਢਾ ਹੋ ਜਾਂਦਾ, ਬਿਮਾਰੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ।
ਇਸ ਕਰਕੇ ਉਹਨਾਂ ਦਾ ਬੌਧਿਕ ਲੁੱਟ ਵੀ ਹੈ, ਸਰੀਰਕ ਲੁੱਟ ਵੀ ਹੈ, ਮਾਨਸਿਕ ਲੁੱਟ ਵੀ ਹੈ, ਔਰ ਇਹ ਹਰ ਤਰ੍ਹਾਂ ਦੀ ਲੁੱਟ ਔਰਤਾਂ ਦੀ ਔਰ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਲੁੱਟ ਕੀਤੀ ਜਾਂਦੀ ਹੈ। ਕੀ ਕੰਮ ਕਰਦੇ ਹੋ ਜੀ ਤੁਸੀਂ? ਹੈ ਜੀ, ਹੁਣ ਅਸੀਂ ਕੰਮ ਕਰਦੇ ਹਾਂ ਜੀ, ਆਪਣਾ ਟਰੈਕਟਰ ਵੀ ਚਲਾਉਂਦੇ ਜੀ, ਆਪਣਾ ਖੇਤੀ ਦਾ ਕੰਮ ਸਾਰਾ ਕਰਦੇ ਹਾਂ ਜੀ, ਕੰਡਾ ਪਾਉਂਦੇ ਡੰਗਰਾਂ ਨੂੰ, ਢਾਹ ਡੋਕਾ ਵੀ ਕਰਦੇ ਹਾਂ, ਬਾਅਦ ਟਾਈਮ ਗੋਹਾ ਵੀ ਚੱਕਣਾ ਪੈਂਦਾ ਜੀ, ਸਾਰਾ ਕੰਮ ਕਰਨਾ ਪੈਂਦਾ ਜੀ। ਹਾਂ ਜੀ, ਦਿਨ ਰਾਤ ਮਤਲਬ 6 ਦਿਨ 'ਚ ਮੋਟਰਾਂ ਦੀ ਰੋਟੀ ਵੀ ਮਤਲਬ ਉਹ ਕਰਦੇ ਆ, ਬਾਅਦ ਟਾਈਮ ਰੋਟੀ ਹੱਥ ਪਰ ਹੁੰਦੀ ਹੈ, ਜਦੋਂ ਕਹਿੰਦੇ ਚਲੋ ਮੋਟਰ ਲਾਈਟ ਘੱਟ ਆ ਗਈ ਮੋਟਰ ਚਲਾਓ ਜੀ, ਫਿਰ ਰੋਟੀ ਛੱਡ ਕੇ ਫਿਰ ਜਾਣਾ ਪੈਂਦਾ। 24 ਘੰਟੇ ਡਿਊਟੀ ਹੈ ਜਿੱਥੇ ਕੋਲੇ ਆ ਮਾਲਕਾਂ ਦੇ, ਟਰੈਕਟਰ ਵੀ ਚਲਾਉਣਾ ਹੋਏ, ਬਾਕੀ ਮੈਸਾਂ ਨੂੰ ਢਾਹ ਡੋਕਾ, ਇੱਕ ਮੰਜਿਆਂ ਦੀ ਕਾਸਰ ਹੈ ਜੀ, ਇੱਕ ਮੰਜੇ ਨਹੀਂ ਵਿਛਾਉਂਦੇ ਮਾਲਕਾਂ ਦੇ, ਇਹ ਸਾਰਾ ਕੰਮ ਕਰਦੇ ਆ। ਜੇ ਅਸੀਂ ਢਿੱਲ ਮੱਠਾ ਤਾਂ ਵੀ ਅਸੀਂ ਬੰਦਾ ਦੇਣਾ ਜ਼ਿਮੀਂਦਾਰ ਨੂੰ, ਜੇ ਲਾਭ ਨਹੀਂ ਜਾਣਾ ਤਾਂ ਵੀ ਬੰਦਾ ਦੇਣਾ, ਬੰਦਾ ਦੇ ਕੇ ਜਾਣਾ, ਨਹੀਂ ਜਾਣਾ ਭਾਵੇਂ ਕੋਈ ਮਰਿਆ ਪਿਆ ਹੋਵੇ। ਗਰੀਬੀ ਹੈ ਬਹੁਤ ਹੀ ਜ਼ਿਆਦਾ, ਬਾਕੀ ਦੇ ਤਿੰਨੇ ਜੱਟਾਂ ਦੇ ਨੇ ਬਣੂਏ ਹੈ, ਤਿੰਨੇ ਰਲਦੇ ਨੇ। ਬਾਕੀ ਜੀ ਦੇਖ ਲਾ ਜਿਹੜੇ ਪੈਸਾ ਤੇ ਲੱਤ ਲੈਣੇ ਆ ਉਹਨਾਂ ਦਾ ਵਿਆਹ ਚੱਲਣਾ, ਵਿਆਹ 'ਚ ਜਾ ਕੇ ਸਾਲ ਜੱਟ ਲਈ ਤੁਰੇ ਫਿਰਦੇ ਨੇ, ਜਦੋਂ ਮੁੜ ਨਹੀਂ ਰਹੇ ਤੇ ਇਸ ਤਰ੍ਹਾਂ ਫਿਰ ਉਹ ਤਾਂ ਜੱਟ ਤਾਂ ਉਹਨਾਂ ਦੇ ਕਿਉਂ ਛੱਡੂ ਜਦੋਂ ਮੋੜਾਂਗੇ। ਬਾਕੀ ਆਪ 5-4 ਘਰਾਂ ਦਾ ਕਰਕੇ ਗੋਹਾ ਕੂੜਾ ਤਾਂ ਲੰਘਦਾ ਨਹੀਂ, ਉਹ ਵੀ ਨਹੀਂ ਲੰਘਦਾ, ਉਹ ਉੱਥੇ ਰਹਿ ਜਾਂਦੇ ਜਿੱਥੇ ਅਗਲੇ ਦੇ 4 ਪੈਸੇ ਫੜਦੇ ਆ। ਬਾਕੀ ਡੰਗਰ ਪਸ਼ੂ ਲੈਤੇ ਨੇ ਜੀ ਦੋ, ਉਹ ਨਿਸ਼ਾਨੇ ਦਾ ਮੁੜ ਕੇ ਜੁੜਦਾ ਨਹੀਂ, ਦੁੱਧ ਕਰਨੀ ਮਾਰੂ ਪੀ ਰਹੇ ਚਾਹ। ਤੁਸੀਂ ਤਨਖਾਹ 15,000 ਰੁਪਏ ਲੈ ਰਹੇ ਆ, ਸ਼ਹਿਰ ਦੇ ਵਿੱਚ 30,000 ਰੁਪਏ ਤੋਂ ਵੀ 36,000 ਰੁਪਏ ਸਾਲ ਦੀ ਤਨਖਾਹ ਮਿਲਦੀ ਹੈ, ਤੁਸੀਂ ਇੰਨੀ ਘੱਟ ਤੇ ਕਿਉਂ ਕੰਮ ਕਰ ਰਹੇ ਉਹ ਜੇ ਅਸੀਂ ਸ਼ਹਿਰ 'ਚ ਜਾ ਕੇ ਕੰਮ ਕਰਾਂਗੇ, ਇਹ ਸ਼ਹਿਰ ਦੀ ਹੋਰ ਗੱਲ ਆ, ਫਿਰ ਸਾਨੂੰ ਜ਼ਿਮੀਂਦਾਰ ਖੇਤ 'ਚ ਨਹੀਂ ਬਣ ਲੈਂਦੇ ਵੀ ਸ਼ਹਿਰ 'ਚ ਜਾਓ। ਅਸੀਂ ਪਿੰਡੂ ਲੋਕ ਆ, ਅਸੀਂ ਪਿੰਡ ਦੇ ਹੀ ਕੰਮ ਕਰ ਸਕਦੇ ਹਾਂ, ਵੀ ਤੁਸੀਂ ਸ਼ਹਿਰ 'ਚ ਜਾਓ ਫਿਰ ਉੱਠੀ ਕੱਖ। ਹੁਣ ਤਾਂ ਅਸੀਂ ਕਿਸੇ ਦੀ ਬੱਤ ਕੋਟ ਲਈ, ਕਿਸੇ ਦੀ ਫਸਲ 'ਚੋਂ ਕੱਖ ਵਾਹ ਲਓ, ਨਹੀਂ ਫੇਰ ਨਹੀਂ ਸਾਨੂੰ ਫਿਰ ਉਹ ਕਹਿ ਦਿੰਦੇ ਨੇ ਸ਼ਹਿਰ 'ਚੋਂ ਲਿਆਓ ਕੱਖ ਭਾਈ। ਅਸੀਂ ਹਟ ਜਾਣਾ ਇਸ ਮੌਕੇ 'ਚ, ਕੋਈ ਗੱਲ ਨਹੀਂ ਜੱਟਾਂ 'ਚੋਂ ਅਸੀਂ ਆਪਦਾ ਗੁੱਸਾ ਕਰਕੇ ਆ ਸਕਦੇ ਹਾਂ, ਸਾਡਾ ਫਿਰ ਮਾਲਕ ਉਹ ਆ ਘਰ ਦਾ, ਅਸੀਂ ਨਹੀਂ ਹੈਗੇ ਉੱਥੇ, ਸਾਡੇ ਇਹ ਕਾਰੋਬਾਰ ਆ। ਕਿਸੇ ਨਾਲ ਇਹ ਹੋਇਆ? ਹੋਈ ਬਹੁਤ ਅੱਗੇ ਹੋ ਕੇ ਵੀ ਹਟੀ, ਹਾਂ ਹੋ ਵੀ ਸਕਦੀ ਆ, ਕਿਹਦੇ ਨਾਲ ਹੋ ਕੇ ਹਟੀ ਹੈ? ਹੁੰਦੀ ਆ ਬਥੇਰੀ ਜੀ। ਜਦੋਂ ਹੁਣ ਉਹ ਤਾਂ ਮਾਲਕ ਕਹੂ ਸਾਨੂੰ ਜੀ ਪੈਸੇ ਤੈਨੂੰ ਦਿੱਤੇ ਨੇ, ਇਹ ਪੈਸੇ ਦੇ ਕੇ ਜਿੱਥੇ ਮਰਜ਼ੀ ਖੇਡ, ਤੈਨੂੰ ਅਸੀਂ ਬੁਲਾਉਣਾ ਨਹੀਂ। ਜੱਟ ਜ਼ਿਮੀਂਦਾਰ ਸਾਨੂੰ ਇਸ ਤਰ੍ਹਾਂ ਕਹੂਗਾ, ਗੱਲ ਵੀ ਆ ਜਦੋਂ ਅਸੀਂ ਜੱਟ ਤੋਂ ਝੋਲੀ ਭਰਾਉਂਦੇ ਆ, ਉਹ ਫਿਰ ਉਹ ਤਾਂ ਉਛਤਰੀ ਮੰਗੂਗਾ, ਉਹ ਕਹੂ ਭਾਈ ਮੇਰੇ ਪੂਰੇ ਕਰ ਜਾ, ਤੈਨੂੰ ਮੈਂ ਕਿਉਂ ਬੁਲਾਉਂਗਾ, ਇਸ ਤਰ੍ਹਾਂ ਹੋ ਸਕਦੀ ਹੈ ਗੱਲ। ਤੇ ਸ਼ਹਿਰ 'ਚ ਸਾਡਾ ਵੀ ਜੀ ਕਰਦਾ ਵੀ ਤੜਕੇ 8 ਵਜੇ ਜਾਈਏ, 8 ਵਜੇ ਮੌਜ ਨਾਲ ਦੀ ਜਗ੍ਹਾ ਪਈਏ, ਅਗਲੇ ਨੇ ਮੋਟਰਾਂ ਛੱਡਣੀਆਂ ਜੱਟਾਂ ਦੇ, ਉਹ ਕੰਮ ਕਦੇ ਸਾਨੂੰ ਕਹਿੰਦੇ ਜਹਾਂ ਜੇ ਅਸੀਂ ਸੌਖੇ ਹੋਈਏ ਤਾਂ ਸਾਡਾ ਮਤਲਬ ਹੱਲ ਹੋ ਨਹੀਂ ਸਕਦਾ ਗੱਲ ਦਾ। ਸਾਡਾ ਵੀ ਜੀ ਬਹੁਤ ਜੀ ਕਰਦਾ ਵੀ ਸਰਕਾਰੀ ਨੌਕਰੀ ਮੰਗ ਮੌਜ ਨਾਲ ਸ਼ਹਿਰ ਜਾਈਏ, 8-9 ਵਜੇ ਘਰੇ ਆਈਏ। ਮੇਰੇ ਪਾਪਾ ਜੀ ਬਿਮਾਰ ਹੋ ਗਏ ਸੀ, ਉਸ ਕਰਕੇ ਉਹ ਕਹਿੰਦੇ ਸਾਡਾ ਹਿਸਾਬ ਕਰ ਦੇਣਾ ਸੀ, ਕਿ ਸਾਡੇ ਲਈ ਇੱਕ ਪੰਜੀ ਨਹੀਂ ਹਿਸਾਬ ਕਰਨ ਨੂੰ, ਵੀ ਕਹਾਂ ਅਸੀਂ ਹਾੜੀ ਜਿਹਾ ਕਰ ਲਾਂਗੇ ਨਾ ਜੀ। ਉਹਨਾਂ ਨੇ ਮਤਲਬ ਧੱਕੇ ਨਾਲ ਸਾਨੂੰ ਬਾਹਰ ਨੂੰ ਜਿੰਦਾ ਲਾਇਸੈਂਸ ਘਰੋਂ ਕੱਢਤਾ ਜੀ, ਇਸ ਕਰਕੇ ਅਸੀਂ ਜਾ ਕੇ ਕਿਰਾਏ ਤੇ ਬੈਠੇ ਸੀ। ਸਰਕਾਰੀ ਕਾਨੂੰਨ ਤਾਂ ਐਸਾ ਮੇਰਾ ਖਿਆਲ ਕੋਈ ਸ਼ਾਇਦ ਮੇਰੇ ਨੋਟਿਸ ਤਾਂ ਨਹੀਂ ਵਿੱਚ ਕੋਈ ਹੋਵੇ, ਪਰ ਫਿਰ ਵੀ ਇਹ ਸਰਕਾਰ ਦੀ ਸਮਾਜਿਕ ਨੈਤਿਕ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ। ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਕਿਤੇ ਕੋਈ ਵੀ ਵਿਅਕਤੀ ਹੈ, ਚਾਹੇ ਦਲਿਤ ਵੀ ਹੈ, ਚਾਹੇ ਕੋਈ ਹੋਰ ਵੀ ਕਿਸੇ ਕੈਟਾਗਰੀ ਦਾ ਹੈ, ਕਿਸੇ ਤੇ ਵੀ ਕੋਈ ਮੁਸ਼ਕਲ ਆ ਸਕਦੀ ਹੈ, ਕਿਸੇ ਕਾਰਨ ਕਰਕੇ ਉਹ ਕਿਸੇ ਮੁਸ਼ਕਲ 'ਚ ਫਸ ਸਕਦਾ, ਪਰ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਸ ਮੁਸ਼ਕਲ ਦੇ ਵਿੱਚੋਂ ਉਹਨੂੰ ਕੱਢਣ ਦੇ ਲਈ ਸਰਕਾਰ ਆਪਣਾ ਜਿਹੜਾ ਰੋਲ ਆ ਉਹ ਅਦਾ ਕਰੇ। ਕਾਨੂੰਨ ਇਹ ਕਹਿੰਦਾ ਹੈ ਜਿਹਨੂੰ ਇੱਕ ਦਿਹਾੜੀ ਤੇ ਰੱਖਿਆ ਜਾਂਦਾ, ਜੇ ਸ਼ਾਮ ਨੂੰ ਉਹਦੀ ਦਿਹਾੜੀ ਮੁੱਕ ਜਾਵੇ, ਉਹਨੂੰ ਦਿਹਾੜੀ ਦੇ ਪੈਸੇ ਨਹੀਂ ਮਿਲਦੇ ਤਾਂ ਇਸ ਨੂੰ ਬੰਧਵਾ ਮਜ਼ਦੂਰ ਗਿਣਿਆ ਜਾਏਗਾ। ਜੋ ਸਰਕਾਰ ਨੇ ਘੱਟੋ ਘੱਟ ਉਜਰਤ ਤੈਅ ਕੀਤੀ ਹੈ, ਜੋ ਉਜਰਤ ਨੂੰ ਇਨ ਕਾਇੰਡ ਹੋਵੇ ਜਾਂ ਇਨ ਕੈਸ਼ ਹੋਵੇ, ਪੈਸੇ ਦੇ ਰੂਪ 'ਚ ਹੋਵੇ ਜਾਂ ਜਿਣਸ ਦੇ ਰੂਪ 'ਚ ਹੋਵੇ, ਜੋ ਤੈਅ ਕੀਤੀ ਹੈ ਜੇ ਉਹ ਨਹੀਂ ਕੀਤੀ ਜਾਂਦੀ ਤਾਂ ਉਹਨੂੰ ਬੰਧਵਾ ਮਜ਼ਦੂਰ ਗਿਣਿਆ ਜਾਏਗਾ। ਜੇ ਉਸ ਦੀ ਮਜ਼ਦੂਰੀ ਜੋ ਉਸ ਇਲਾਕੇ ਦੇ ਅੰਦਰ ਕੋਈ ਯੂਨੀਅਨ ਜਥੇਬੰਦੀਆਂ ਤੈਅ ਕਰਦੀਆਂ, ਜੇ ਉਸ ਤੋਂ ਘੱਟ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਬੰਧਵਾ ਮਜ਼ਦੂਰ ਗਿਣਿਆ ਜਾਏਗਾ। ਜੇ ਇਸ ਕਾਨੂੰਨ ਦੀ ਪਰਿਭਾਸ਼ਾ ਲਈਏ, ਬੰਧਵਾ ਮਜ਼ਦੂਰੀ ਔਰ ਕੋਈ ਜਿਹੜਾ ਕਾਨੂੰਨ ਹੈ 76 ਦਾ, ਉਸ ਪਰਿਭਾਸ਼ਾ 'ਚ ਲਈਏ ਤਾਂ ਪੰਜਾਬ ਦਾ ਸਮੁੱਚੇ ਹੀ ਖੇਤ ਮਜ਼ਦੂਰ ਜਿਹੜੀ ਅਟੈਚਡ ਲੇਬਰ ਹੈ ਉਹ ਬੰਧਵਾ ਮਜ਼ਦੂਰ ਹੈ, ਕਿਉਂਕਿ ਉਹ ਸਾਲ ਦਾ ਤੈਅ ਕਰਕੇ ਕਿ ਇੰਨੇ ਪੈਸੇ ਤੁਹਾਡੇ ਤੋਂ ਲਵਾਂਗੇ,
ਸਾਲ ਦੇ ਤੈਅ ਕਰਕੇ ਜਦੋਂ ਮਜ਼ਦੂਰੀ ਉਹ ਪੈਦਾ ਕਰ ਲੈਂਦੇ ਉਹ ਮਿਨੀਮਮ ਵੇਜ ਦੇ ਲਾਗੇ ਛਾਗੇ ਵੀ ਕਿਤੇ ਨਹੀਂ ਜਾਂਦੀ। There may be some cases, but in Punjab you will not find bonded laborer as it is found elsewhere in its true meaning. If a laborer in a village has got an understanding with the farmer in the village, where he gets food grains as well as some money on yearly basis or in advance, and he works for that money and food grains throughout the year. So it was basically a kind of arrangement which has been in existence for a number of years in the villages. Now with more economic pressures, instead of getting food grains, he has started getting money, where because of his underemployment, he has not been able to repay it in some cases. That you can say that informal bondage. So when it comes to indebtedness, so it virtually makes one bonded for his labor to be sold, because that is one of the economic mechanism which virtually takes away his basic rights of growth, and that not only of the individual who is involved, but the whole family, because that virtually means the resources which are to be given for the children for health and education are also taken away. So that virtually is which makes the most important human right issue of mismanagement, or we can say and economic manipulation of human rights. So far as the agricultural labor is concerned, it is very much in red, I can say. They are already facing the itch of the rising prices to a greater extent, and maintaining the family as the situation is, it is very difficult. And that is why not only the labor, even the smaller kisans and peasantry, they are also feeling the itch of the situation. What to say of the laborers? ਕੰਮ ਤਾਂ ਉਹੀ ਹੋਣਾ ਚਾਹੀਦਾ ਕਿ ਜਿਹੜਾ ਕਿ ਰੋਜ਼ ਅਸੀਂ ਕੰਮ ਕਰ ਸਕੀਏ, ਕਿ ਬੱਚਿਆਂ ਨੂੰ ਵੀ ਰੋਟੀ ਦਾ ਪਾਲਣਾ ਕਰ ਸਕੀਏ। ਜੇ 10 ਦਿਨ ਕੰਮ ਮਿਲਿਆ 10 ਦਿਨ ਉਹ ਧੱਕੇ ਖਾਈ ਜਾਂਦੇ ਆ। ਜੇ 6 ਮਹੀਨੇ 'ਚ 1 ਮਹੀਨਾ ਮੰਡੀ 'ਚ ਕੰਮ ਕਰੀਏ ਤਾਂ ਉਹ ਦੇਖ ਲਓ ਵੀ ਤੁਹਾਨੂੰ ਪਤਾ 1 ਮਹੀਨੇ ਦਾ ਰਾਸ਼ਨ ਇਹੀ ਆ ਵੀ 2 ਮਹੀਨੇ 'ਚ ਕਮਾ ਲਾਂਗੇ, ਬਾਅਦ 'ਚ ਫਿਰ ਉਹੀ ਧੱਕੇ ਖੋਰੀ ਆ। ਕੈਪੀਟਲ ਫਾਰਮਿੰਗ ਸ਼ੁਰੂ ਹੋ ਗਈ ਹੈ ਪੰਜਾਬ 'ਚ ਵੱਡੇ ਪੈਮਾਨੇ ਤੇ। ਉਸ ਦਿਸ਼ਾ ਦੇ ਅੰਦਰ ਕੈਪੀਟਲ ਫਾਰਮਿੰਗ ਸ਼ੁਰੂ ਹੋਣ ਦੇ ਨਾਲ ਅੱਗੇ ਜੀ ਪਰਮਾਨੈਂਟ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਸੀ, ਉਹ ਰਿਸ਼ਤਾ ਪਿਛਲੇ ਦਹਾਕਿਆਂ ਦੇ ਅੰਦਰ ਟੁੱਟ ਗਿਆ। ਐਲੀਨੇਸ਼ਨ ਹੋ ਗਈ ਹੈ ਮਜ਼ਦੂਰ ਦੀ ਸੁਸਾਇਟੀ ਚੋਂ ਵੀ, ਜਿਹੜੀ ਪਹਿਲੇ ਖੇਤੀ ਦੇ ਨਾਲ ਜੁੜਨ ਕਰਕੇ ਐਲੀਨੇਸ਼ਨ ਸੁਸਾਇਟੀ ਚ ਨਹੀਂ ਸੀ, ਤੇ ਮਾਲਕ ਦੀ ਜ਼ਿੰਮੇਵਾਰੀ ਸੀ ਉਹਦੀ ਸ਼ਾਦੀ ਵੇਲੇ, ਉਹਦੀ ਬਿਮਾਰੀ ਵੇਲੇ ਉਹਦੇ ਇਲਾਜ ਦੀ ਚਿੰਤਾ ਕਿਸਾਨ ਨੂੰ ਕਰਨੀ ਪੈਂਦੀ ਸੀ। ਹੁਣ ਜੇ ਐਲੀਨੇਟ ਹੋ ਗਿਆ, ਉਸਦੀ ਕੋਈ ਚਿੰਤਾ ਨਹੀਂ ਰਹੀ। ਇਹ ਇੱਕ ਵੱਡਾ ਸਵਾਲ ਪੈਦਾ ਹੋਇਆ, ਜਿਸ ਦੇ ਨਾਲ ਮਾਨਸਿਕ ਤਣਾਅ ਜਿਹੜਾ ਹੈ ਉਹ ਪੰਜਾਬ 'ਚ ਪੈਦਾ ਹੋ ਰਿਹਾ। ਅਸੀਂ ਵੀਰ ਜੀ ਆਹ ਗੁੱਡ ਗਡਾਈ ਕਰਦੇ ਹਾਂ, ਹੋਰ ਸਬਜ਼ੀ ਸੁਬਜ਼ੀ ਵੀ ਤੋੜੀ ਦੀ ਹੈ। ਹੁਣ ਵਿਹਲੇ ਭੁੱਖੇ ਜਦੋਂ ਮਰਦੇ ਆ ਫਿਰ ਇਹ ਜਿਹਾ ਕਿੱਤਾ ਕਰਨਾ ਪੈਂਦਾ ਗਰੀਬਾਂ ਨੂੰ। ਹੋਰ ਹੁਣ ਇੱਕੀ ਤਾਂ ਹਾੜੀ ਵੀ ਬਹੁਤ ਜ਼ਿਆਦਾ ਕੰਪਾਈਨਾਂ ਤੋਂ ਵਢਾਈ ਆ ਜਾਣੀ ਕਿ ਵੀ ਸਾਨੂੰ ਤਾਂ ਗਰੀਬਾਂ ਨੂੰ ਹਾੜੀ ਹੂੜੀ ਵੀ ਨਹੀਂ ਮਿਲੀ ਹੈਗੀ ਵੱਢਣ ਨੂੰ। ਜਾਣੀ ਤੂੜੀ ਤੰਦ ਦੀ ਮਸ਼ੀਨਾਂ ਹੀ ਹਰ ਇੱਕ ਜਾਣੀ ਕਾਰੋਬਾਰ ਆ ਜੋ ਵੀ ਸਰਕਾਰੀ ਆ ਮਸ਼ੀਨਾਂ ਤੋਂ ਕਰਾਉਂਦੇ। ਆਹ ਵੀ ਵੀਰ ਜੀ ਸਪਰੇਆਂ ਤਾਂ ਬਥੇਰੀਆਂ ਕਰਦੇ ਆ, ਮਤਲਬ ਵੀ ਇਹ ਮਰੇ ਨਹੀਂ ਕੱਖ ਕੁੱਖ ਕਰਕੇ ਵੀ ਸਾਨੂੰ ਤਾਂ ਦਿਹਾੜੀ ਜੁੱਤੇ ਤੇ ਲੈ ਕੇ ਆਉਂਦੇ। ਫਰੈਸ਼ਰ ਚੱਲ ਪਏ, ਪਹਿਲਾਂ ਫਰੈਸ਼ਰ ਥੋੜੇ ਜਿਹੇ ਛੋਟੇ ਵੀ ਹੁੰਦੇ ਸੀ, ਹੁਣ ਜਿਉਂ ਟਾਈਮ ਤਰੱਕੀ ਕਰਦੇ ਫਰੈਸ਼ਰ ਵਧੀਆ ਆ ਰਹੇ ਆ, ਤੇ ਜ਼ਿਮੀਂਦਾਰ ਨੂੰ ਮਜ਼ਦੂਰਾਂ ਤੇ ਰੈਂਟ ਘੱਟ ਰਹਿਣਾ ਪੈਂਦਾ ਨਿਰਭਰ। ਪਹਿਲਾਂ ਇਹ ਹੁੰਦਾ ਸੀ ਮਜ਼ਦੂਰ ਆਉਂਦੇ ਆ ਜੀ ਪਿੰਡਾਂ 'ਚੋਂ ਟਰਾਲੀਆਂ ਜਾਣੀਆਂ ਭਰ ਕੇ, ਉਹ ਸਟੇਸ਼ਨ 'ਤੇ ਟ੍ਰੇਨ ਆਉਂਦੀ ਆ, ਟ੍ਰੇਨ ਉਡੀਕਣੀ, ਉੱਥੋਂ ਵੜਿਆ ਕੇ ਇਹਨਾਂ ਦਾ ਇੱਕ ਤਾਂ ਨੰਬਰਦਾਰ ਲੱਭਣਾ, ਉਹ 100,000 ਰੁਪਈਆ ਦੇ ਕੇ ਵੀ ਚੱਲ ਤੂੰ ਲੈ ਆਪਣੀ ਪਾਰਟੀ ਲੈ ਕੇ ਮੇਰੇ ਪਿੰਡ ਚੱਲ, ਮੇਰੇ ਗਰੁੱਪ ਚੱਲ, ਤੁਹਾਨੂੰ ਇਸ ਤਰ੍ਹਾਂ ਲਿਆਉਣਾ ਪੈਂਦਾ ਸੀ। ਤੇ ਹੁਣ ਕੋਈ ਐਡੀ ਉਹ ਹੈ ਨਹੀਂ ਗੱਲ, ਹੁਣ ਕੰਬਾਈਨਾਂ ਆ ਗਈਆਂ, ਜਦੋਂ ਕੋਈ ਮਜ਼ਦੂਰ ਜ਼ਿਆਦਾ ਤੋਂ ਜ਼ਿਆਦਾ 1.5 ਕਿੱਲਾ ਕੱਟਦਾ ਹੱਥ ਨਾਲ, ਕੰਬਾਈਨ ਆ ਗਈ, ਕੰਬਾਈਨ ਚੰਗਾ ਵਧੀਆ ਹੋਵੇ, ਸੁੱਕੀ ਫਸਲ ਹੋਵੇ,
ਮਤਲਬ 30-35 ਏਕੜ ਕਣਕ ਦੇ ਕੱਟ ਜਾਂਦੀ ਆ, ਝੋਨੇ ਦੇ ਕੱਟ ਜਾਂਦੀ ਆ 25 ਏਕੜ। ਤੇ ਜਦ ਕਿ ਮਜ਼ਦੂਰ 10-12 ਮਜ਼ਦੂਰ ਲੱਗੇ ਰਹਿਣ, ਉਹ ਸਾਰੇ ਦਿਨ ਦੇ ਵਿੱਚ 1 ਏਕੜ ਮਸਾਂ ਉਹ ਨਿਬੇੜਦੇ ਆ ਜੀ। ਜਦੋਂ ਪਹਿਲਾਂ ਕਣਕ ਵੱਢਦੇ ਹੁੰਦੇ ਸੀਗੇ ਸਾਰੇ ਟੱਬਰ ਜਾਣੀ ਰਲ ਮਿਲ ਕੇ ਜਾਣੀ ਚਲੋ 5-10 ਕਿੱਲੇ ਵੱਢ ਲਏ ਜਾਣੀ ਉਦੋਂ ਹੁਣ ਘਰ ਦਾ ਖਰਚ ਵੀ ਚੱਲ ਪੈਂਦਾ ਸੀਗਾ ਤੇ ਬਾਕੀ ਤੇ ਜੋ ਖਾਣ ਜੋਗੇ ਦਾਣੇ ਵੀ ਹੋ ਜਾਂਦੇ ਸੀਗੇ। ਤੇ ਇਸ ਕਰਕੇ ਵੀ ਜਦੋਂ ਹੁਣ ਜਿਹੋ ਜਿਹਾ ਪ੍ਰੋਗਰਾਮ ਬਣਦਾ, ਜਿਹੋ ਜਿਹਾ ਸਮਾਂ ਆਈ ਜਾਂਦਾ, ਜਿਵੇਂ ਹੁਣ ਮਸ਼ੀਨਾਂ ਚੱਲ ਪਈਆਂ, ਮਸ਼ੀਨਾਂ ਦੇ ਮੁਕਾਬਲਾ ਜਿਵੇਂ ਕੰਮ ਹੁਣ ਜਲਦੀ ਤੋਂ ਜਲਦੀ ਨਿਬੜ ਜਾਂਦਾ, ਮਜ਼ਦੂਰ ਦੀ ਜਾਣੀ ਮਜ਼ਦੂਰੀ ਵੀ ਘੱਟ ਜਾਂਦੀ ਉਸ ਦੇ ਹਿਸਾਬ ਨਾਲ ਹੀ। ਤੇ ਬਾਕੀ ਹੁਣ ਤੁਹਾਨੂੰ ਵੀ ਪਤਾ ਹੀ ਆ ਵੀ ਜਿਹੋ ਜਿਹਾ ਹੁਣ ਕੰਮ ਦੇ ਮੁਕਾਬਲਾ ਹੁਣ ਜਿਹੋ ਜਿਹਾ ਹੁਣ ਅਸੀਂ ਸਾਂਝੀ ਵੀ ਰਲਦੇ ਹਾਂ, ਚਲੋ ਠੀਕ ਆ, ਚਲੋ ਉਹਦੀ ਮਜਬੂਰੀ ਦੇ ਵਿੱਚ ਸਾਨੂੰ ਸਾਰਾ ਕੁਝ ਕਰਨਾ ਪੈਂਦਾ। ਤੇ ਬਾਕੀ ਹੁਣ ਜਿਹੜਾ ਕਣਕ ਦਾ ਕੁਛ ਵੀ ਗੱਲ ਪੁੱਛੀ ਆ, ਇਹ ਤਾਂ ਹੁਣ ਮਤਲਬ ਵੀ ਜਦੋਂ ਅਸੀਂ ਕੰਮ ਕਰਦੇ ਜਾਂ ਸਾਰਾ ਟੱਬਰ ਕਰਦੇ ਸੀ, ਉਹਦੇ ਸਾਡੇ ਜਾਣੀ ਮਹੀਨਾ ਲੱਗ ਜਾਵੇ, 10 ਦਿਨ ਲੱਗ ਜਾਵੇ, ਉਹਦੇ ਸਾਨੂੰ ਤਾਂ ਮਨਜ਼ੂਰੀ ਮਿਲੀ ਜਾਂਦੀ ਸੀ। ਤੇ ਹੁਣ ਸਾਡੇ ਜਾਣੀ ਇੰਨਾ ਕਾ ਵੀ ਜਾਣੀ 5 ਜਾਂ 10 ਦਿਨ ਲੱਗ ਜਾਂਦੇ, ਉਸ ਹਿਸਾਬ ਨਾਲ ਜਾਣੀ ਕੰਮ ਘਟਿਆ। ਮਸ਼ੀਨ ਤੇ ਮਜ਼ਦੂਰ ਸਾਨੂੰ ਲਾਉਣੇ ਨਹੀਂ ਪੈਂਦੇ ਜੀ। ਮਸ਼ੀਨ ਤੇ ਤਾਂ ਅਸੀਂ ਆਪ ਹੀ ਬਸ ਇੱਕ ਤਾਂ 2 ਸੀਰੀ ਹੁੰਦੇ ਸਾਡੇ, 2-3 ਅਸੀਂ ਆਪ ਮੁੰਡੇ ਆਪਦੇ ਯਾਰ ਦੋਸਤ ਹੁੰਦੇ ਆ। ਸੈਸ਼ਰ ਨਾਲ ਸਾਨੂੰ 15 ਦਿਨ ਲੱਗ ਜਾਂਦੇ ਸੀ, ਇਹਦੇ ਨਾਲ ਸਾਡਾ 1 ਦਿਨ 'ਚ ਕੰਮ ਨਿਬੜ ਜਾਂਦਾ। 2-3 ਦਿਨ 'ਚ ਮਸ਼ੀਨ ਤੂੜੀ ਬਣਾ ਦਿੰਦੀ ਆ ਜੀ। ਸਸਤੀ ਪੈਂਦੀ ਆ ਜੀ। ਉਹਨਾਂ ਨੂੰ ਸਾਨੂੰ 1000 ਰੁਪਇਆ ਕਿੱਲੇ ਦੀ ਵਢਾਈ ਦੇਣੀ ਪੈਂਦੀ ਆ। ਇਹ 'ਚ ਸਾਨੂੰ 450 ਰੁਪਇਆ ਇਹਨਾਂ ਨੂੰ ਦੇਣਾ, 400 ਰੁਪਇਆ ਉਹਨਾਂ ਨੂੰ ਦੇਣਾ, ਨਾਲ ਹੀ ਤੂੜੀ ਦਾ ਕੰਮ, ਨਾਲ ਹੀ ਦਾਣੇ ਘਰੇ, ਸਾਰਾ ਉਹ ਘਰੇ ਚਲੇ ਜਾਂਦੇ। ਬਈ ਜਿਵੇਂ ਹੁਣ ਮੌਸਮ ਖਰਾਬ ਹੋ ਗਿਆ, ਹਵਾ ਬਹੁਤ ਤੇਜ਼ ਆ, ਸਾਡੀ ਵਢਾਈ ਬਿਲਕੁਲ ਬੰਦ ਆ। ਵਢਾਈ ਬੰਦ ਆ, ਉਸ ਤੋਂ ਬਾਅਦ ਜ਼ਿਮੀਂਦਾਰ ਨੂੰ ਇਹ ਹੁੰਦਾ ਵੀ ਸਾਡੀ ਫਸਲ ਖਰਾਬ ਹੁੰਦੀ ਹੈ, ਫਟਾਫਟ ਕੰਬਾਈਨ ਤੋਂ ਵਢਾ ਕੇ ਮਸ਼ੀਨ ਤੋਂ ਵਢਾ ਦਿੰਦੇ ਆ, ਉਸ ਤੋਂ ਬਾਅਦ ਸਾਡਾ ਕੰਮ ਬੰਦ ਹੋ ਜਾਂਦਾ। ਬਾਕੀ ਜੇ ਹੁਣ ਅਸੀਂ ਆਪ ਹੱਥੀਂ ਵੱਢੀਏ ਤਾਂ ਬਾਅਦ ਸਾਨੂੰ ਦਿਹਾੜੀ ਜੋਤਾ ਮਿਲਣ ਦੀ ਆਸ ਹੁੰਦੀ, ਥੋੜ੍ਹੇ ਬਹੁਤ ਉੱਥੋਂ ਵੀ ਕਮਾ ਲੈਂਦੇ ਹਾਂ, ਸਾਡਾ ਟਾਈਮ ਪਾਸ ਹੁੰਦਾ ਰਹਿੰਦਾ। ਜਿਵੇਂ ਮਸ਼ੀਨ ਨਾਲ ਵਢਾਤੀ, ਕੰਮ ਖਤਮ ਹੋ ਗਿਆ ਤੇ ਸਾਡਾ ਬਿਲਕੁਲ ਕੰਮ ਠੱਪ ਹੋ ਜਾਂਦਾ। ਜਿਹੜੇ ਦਾਣੇ ਹੁੰਦੇ ਆ, ਦਾਣੇ ਵੀ ਸਾਡੇ ਨਹੀਂ ਬਣਦੇ। 5-7 ਕੁਆਂਟਲ ਦੀ ਆਸ ਹੁੰਦੀ ਹੈ, 2-4 ਕੁਆਂਟਲ ਦੀ। ਜਿਵੇਂ ਅੱਜ ਤੋਂ 10 ਸਾਲ ਪਹਿਲਾਂ ਕੰਬਾਈਨਾਂ ਨਹੀਂ ਸੀ ਜਾਂ ਕੋਈ ਮਸ਼ੀਨ ਨਹੀਂ ਸੀ, ਅਸੀਂ ਪੂਰੇ ਸਾਲ ਦੇ ਦਾਣੇ ਬਿਲਕੁਲ ਬਣਾ ਲੈਂਦੇ, ਸਾਡਾ ਗੁਜ਼ਾਰਾ ਹੋਈ ਜਾਂਦਾ। ਸਾਡੇ ਦਾਣੇ ਘੱਟ ਤੋਂ ਘੱਟ ਵੱਧ ਤੋਂ ਵੱਧ 2 ਜਾਂ 4 ਮਹੀਨੇ ਦਾ ਮੌਸਮ ਹੀ ਹੁੰਦਾ ਵਾ, ਉਹ ਵੀ ਮਿਲ ਜਾਵੇ, ਮੌਸਮ ਸਾਫ਼ ਰਹੇ ਤਾਂ, ਨਹੀਂ ਤਾਂ ਉਹਦਾ ਵੀ ਆਸ ਨਹੀਂ। Employment opportunities shrink with bad weather. Machines swallow men's workspace. The herd of the unemployed compete with less paying and nerve-wracking employment.
The pesticides used in fields have a warning. Spray when the weather is cool and no wind is blowing. Here he is spraying the pesticide since morning against the wind. ਤੁਸੀਂ ਇੰਨੀ ਦੁਪਹਿਰ ਦੇ ਵਿੱਚ ਦੁਪਹਿਰੇ 3 ਵਜੇ ਕਿਉਂ ਸਪਰੇਅ ਕਰਨ ਲੱਗੇ ਹੋ ਜੀ? ਸੁੰਡੀ ਨਹੀਂ ਮਰਦੀ ਜੀ, ਸੁੰਡੀ ਮਰਦੀ ਨਹੀਂ ਤਾਂ ਸਪਰੇਅ ਕਰਦੇ ਹਾਂ। ਹੋਰ ਦੁਪਹਿਰੇ ਕੀ ਜੀ ਕਰਦਾ ਕਰਨ ਨੂੰ, ਢੋਲੀ ਚੱਕਣੀ ਦੁਪਹਿਰੇ ਬਹੁਤ ਔਖੀ ਹੈ। ਤੇ ਇਹ ਤਾਂ ਇੰਨੀ ਹਵਾ ਚੱਲਦੀ ਹੈ, ਤੁਹਾਡੇ ਦੇ ਉੱਤੇ ਵੀ ਪੈਂਦੀ ਹੋਊ। ਉੱਤੇ ਪਈ ਜਾਵੇ ਜੀ, ਫਿਰ ਮਰਨ ਦਾ ਕੀ ਡਰ ਆ, ਉਹ ਤੇ ਜ਼ਹਿਰ ਹੀ ਹੈ, ਕਰੀ ਜਾਂਦੇ ਹਾਂ। ਖਤਰਾ ਵੀ ਹੈ, ਖਤਰੇ ਕਰਕੇ ਫਿਰ ਵੀ ਕਰੀ ਜਾਂਦੇ, ਸਰਦਾ ਨਹੀਂ, ਨਰਮਾ ਨਹੀਂ ਹੁੰਦਾ ਫਿਰ। ਇਹ ਤੁਸੀਂ ਇੱਕ ਅੱਧਾ ਦਿਨ ਅਟਕ ਕੇ ਨਹੀਂ ਕਰ ਸਕਦੇ ਸਪਰੇਅ? ਇੱਕ ਦਿਨ ਛੱਡਦਾ ਜੀ ਬੀਜੀ ਸਨ, ਰੋਜ਼ ਕਰੀ ਜਾਂਦੇ, ਹਵਾ ਕਰਕੇ ਧੜਕ ਨਹੀਂ ਸਕਦੇ, ਫਿਰ ਸੁੰਡੀ ਵਾਲੀ ਪੈਂਦੀ ਹੈ। ਫਿਰ ਜਿੱਥੇ ਕਬੂਜੇ ਤੇ 10 ਸੁੰਡੀਆਂ 20 ਹੁੰਦੀਆਂ ਇੱਕ ਦਿਨ ਦੇ ਫਰਕ ਨਾਲ ਹੀ। ਤੇ ਜਦੋਂ ਤੁਸੀਂ ਇੱਥੇ ਸਪਰੇਅ ਕਰਦੇ ਹੋ ਹਾਂਜੀ, ਤੇ ਜਿਹੜੀ ਸੁੰਡੀ ਹੈ ਇਹਦੇ ਵਿੱਚ ਉਹ ਤੁਹਾਡੇ ਲੜਦੀ ਨਹੀਂ? ਨਾ ਲੜਦੀ ਵੀ ਹੈ ਜੀ, ਕਿਤੇ ਨਾ ਕਿਤੇ ਜਿਹੜੀ ਕੋਈ ਚੜ ਜਾਏ ਉੱਤੇ ਉਹ ਲੜਦੀ ਹੈ। ਤੇ ਜਦੋਂ ਤੁਸੀਂ ਤੁਰਦੇ ਹੋ ਤਾਂ ਚੜਦੀਆਂ ਹੋਣਗੀਆਂ ਤੁਹਾਡੇ ਤੇ? ਹਾਂਜੀ ਚੜਦੇ ਆਪੇ ਡਿੱਗ ਡੁੱਗ ਪੈ ਜਾਂਦੇ, ਕਬੂਜੇ ਤੇ ਚੜ ਜਾਂਦੇ, ਦੂਏ ਤੇ ਡਿੱਗ ਪੈਂਦੇ ਨਾਲ ਲੱਗ ਕੇ। ਪਰ ਦੰਦੀ ਕੋਈ ਵੜਦੀ ਹੈ ਜਿਹੜੀ ਜਮੇ ਤਾਂ ਆ ਜੇ ਬੂਝੇ ਤੋਂ। ਫਿਰ ਉਹਦੇ ਨਾਲ ਤੁਹਾਨੂੰ ਕੋਈ ਬਿਮਾਰੀ ਨਹੀਂ ਹੁੰਦੀ? ਨਾ ਜੀ ਕੋਈ ਬਿਮਾਰੀ ਨਹੀਂ ਉਹਦੇ ਨਾਲ, ਬਸ ਖੁਰ ਘੁੱਟਦੀ ਹੈ, ਬਿੰਦ ਕਾਪੇ ਉੱਠ ਕੇ ਹਟ ਜਾਂਦੀ ਹੈ। ਬਿਮਾਰੀ ਦਾ ਹੁਣ ਕੀ ਪਤਾ, ਮਗਰੋਂ ਕਹਿੰਦੇ ਨਾ ਬੁਖਾਰ ਹੋਗਾ ਜੀ, ਸਿਰ ਦੁਖਦਾ ਜੀ, ਉਹ ਇਹੀ ਬਿਮਾਰੀ ਹੈ, ਹੋਰ ਕੀ ਹੈ। ਇਹ ਤਾਂ ਬਿਮਾਰੀ ਹੈ ਸਾਰੀ। ਸਪਰੇਅ ਕਰਨ ਲੱਗੇ ਸੀ ਜੀ, ਸਮਝ ਲਾ 8-9 ਕਿੱਲੇ ਸੀ ਉਹਨਾਂ ਦੇ ਜ਼ਿਮੀਂਦਾਰਾਂ ਦੇ। ਉਹ ਰੋਜ਼ ਹੀ ਸਪਰੇਅ ਕਰਿਆ ਕਰਨਾ, ਰੋਜ਼ ਦੀ ਸਪਰੇਅ ਕਰਨ ਕਾਰਨ ਸਮਝ ਲਾ ਪਿੰਡਾਂ ਮੱਚਣ ਲੱਗ ਗਿਆ ਸਾਰਾ ਹੀ। ਅਸੀਂ ਬਹੁਤ ਦਵਾਈਆਂ ਉਹਨਾਂ ਨੂੰ, ਦਵਾਈਆਂ ਜਦੋਂ ਕੋਈ ਫਰਕ ਨਹੀਂ ਲੱਗਿਆ ਹੈਗਾ ਜੀ ਸਾਨੂੰ। ਤੇ ਸਮਝ ਲਿਆ ਉਹ ਤਾਂ ਘਰੇ ਪਏ ਸੀਗੇ, ਉਹ ਆ ਜਾ ਕਰਨ ਸਾਥੋਂ ਵੀ ਭਾਈ ਕੰਮ ਤੇ ਲੱਗੋ, ਸਾਡਾ ਹਿਸਾਬ ਕਰ ਲਓ। ਹਿਸਾਬ ਨੂੰ ਕਹਿੰਦੇ ਤੇ ਉਹ ਸਾਨੂੰ ਵੀ ਹਿਸਾਬ ਕਰ ਲਓ। ਜਦੋਂ ਉਹ ਤੋਂ ਜੀ ਜਾਇਆ ਨਹੀਂ ਗਿਆ ਹੈਗਾ, 6 ਮਹੀਨੇ ਲੱਗੇ ਸੀ ਉਹਨਾਂ ਦੇ, ਸਮਝ ਲੈ 6 ਮਹੀਨਿਆਂ 'ਚੋਂ ਜੀ ਉਹਨਾਂ ਨੇ ਸਾਰੀਆਂ ਦਿਹਾੜੀਆਂ ਕੱਟਤੀਆਂ ਉਹਨਾਂ ਦੀਆਂ। ਜਿੰਨੇ ਪੈਸੇ ਆਪਾਂ ਨੇ ਲੈਤੇ ਸੀ ਨੌਕਰੀ ਤੇ 9000 ਰੁਪਇਆ ਨੌਕਰੀ ਦਾ ਤੀ, ਉਨੇ ਹੀ ਉਹਨਾਂ ਨੇ ਸਮਝ ਲੈ ਸਾਵੇਂ ਦੇ ਸਾਵੇਂ ਸਾਤੋਂ ਪੈਸੇ ਲੈ ਲਏ ਜੀ। ਆ ਜਿਹੜੀ ਦਵਾਈ ਬੂਟੀ ਲੈਤੀ ਆ ਉਹ ਜੀ ਸੋਥੋਂ ਫੜ ਮੈਥੋਂ ਫੜ, ਉਹ ਤਾਂ ਕਰਕੇ ਅਸੀਂ ਦਵਾਈ ਬੂਟੀ ਦਵਾਈ ਉਹਦੀ ਇਲਾਜ ਕਰਾਇਆ ਸੀਗਾ। ਮੇਰੇ ਪੇਕੇ ਲੈ ਗਈ ਸੀਗੀ, ਉਹਨਾਂ ਨੇ ਇਲਾਜ ਕਰਾਇਆ ਜੀ ਉਹਦਾ। ਹੁਣ ਉਹਦੀ ਤਾਂ ਦਵਾਈ ਚੱਲਦੀ ਹੈ ਜੀ 60-70 ਰੁਪਈਆਂ ਦੀ, 100 ਰੁਪਈਆਂ ਦੀ ਦਵਾਈ 3 ਦਿਨਾਂ ਦੀ ਦਵਾਈ ਆਉਂਦੀ ਹੈਗੀ ਉਹਦੀ। Paradoxical it might seem, but this is true that this whole mechanization that has come in the state of Punjab has very adversely affected the rural poor women. Just to give you the instance, traditionally these women have been collecting their fuel, their fodder, and using even the fields to answer the call of the nature. But this whole mechanization process, they are being deprived of these very things. Now this is causing a lot of hardship. Also their livelihoods are being affected. And you can imagine in the fields where they used to use them for, answering the natural call, neither they are safe nor they are being allowed even to use those fields. So you can imagine the basic necessities of their life are not being met. ਜੱਟ ਜ਼ਿਮੀਂਦਾਰ ਦੀ ਫਸਲ ਜਿਹੜੀ ਸਾਡੇ ਕੰਮ ਦੀ ਤੀ ਸਾਰੀ ਬੰਦ ਆ ਗਈ ਵੀ ਅਸੀਂ 4 ਘਰਾਂ ਦਾ ਗੋਹਾ ਛੱਡਦੇ ਆ। ਅੱਗੇ ਦਿਹਾੜੀ ਵਗ ਜਾਂਦੇ ਸੀ, ਦਿਹਾੜੀ ਬੰਦ ਆ ਸਾਡੀ। ਹੁਣ 4 ਘਰਾਂ ਦਾ ਗੋਹਾ ਛੱਡਦੇ ਆ, ਬੱਚੇ ਭੋਰਾ ਨੂੰ ਵੀ ਪਾਲਣੇ ਪੈਂਦੇ ਨੇ ਹੈ। ਹੁਣ ਨਾ ਸਾਨੂੰ ਕਿਤੋਂ ਕੋਈ ਲੱਕੜ ਗੋਹਾ ਮਿਲਦਾ, ਵੀ ਜਿੰਨੀ ਜੀਵਤਾ ਸਾਡੀ ਸਾਰੀ ਔਖੀ ਆ ਗਈ। ਵੀ ਹੁਣ ਕਿਸੇ ਕੰਮ 'ਚ ਅਸੀਂ ਕਹਿ ਦਿੰਦੇ ਆ ਵੀ ਜੇ ਸਾਨੂੰ ਕੋਈ ਸਿਖਾਈ ਆਵੇ ਵੀ ਅਸੀਂ ਤਾਂ ਮਤਲਬ ਵੋਟ ਪਾ ਰਹੇ ਆ, ਵੀ ਨਹੀਂ ਸਾਨੂੰ ਵੋਟ 'ਚ ਕੋਈ ਵਾਧਾ ਚਾਹੀਦਾ ਨਹੀਂ ਹੈ। ਹੁਣ ਅਸੀਂ ਐਂ ਕਹਿੰਦੇ ਆ ਵੀ ਜੇ ਫਸਲ ਪਕਾ ਨਰਮਾ
ਕੋਈ ਹੋਰ ਗੰਨਾ ਜੇ ਬੀਜਣ ਸਾਡੀ ਦਿਹਾੜੀ ਲੱਗੇ ਤਾਂ ਸਾਨੂੰ ਟਾਈਮ ਆਵੇ ਅਸੀਂ ਜਾਈਏ, 2 ਪੈਸੇ ਅਸੀਂ ਲਈਏ, ਸਾਨੂੰ ਉਹ ਵੀ ਲਾਭ ਚਾਹੀਦਾ। ਮਸ਼ੀਨਾਂ ਹੀ ਵੱਧ ਭੇਜਤੀਆਂ, ਕਿਹੜੇ ਕੰਮ ਦੀ ਨਹੀਂ ਗੀ ਜਿਹੜੀ ਨਹੀਂ ਵੀ ਮਸ਼ੀਨ ਭੇਜੀ ਗਈ। ਆਹ ਮਿੱਟੀ ਦਾ ਤੇਲ ਦੇਖੋ ਕਿੰਨਾ ਮਹਿੰਗਾ, ਬਹੁਤ ਮਹਿੰਗਾਈ ਹੋਈ ਪਈ ਹੈ, ਗਰੀਬ ਕਰਨਗੇ। ਇਹ ਖੇਤੀ 'ਚ ਕੰਮ ਕਿੱਦਾਂ ਮਿਲਦਾ ਤੁਹਾਨੂੰ? ਕੰਮ ਵੀਰ ਜੀ ਆ ਬਸ ਸਬਜ਼ੀ ਤੋੜਨ ਦਾ, ਹੋਰ ਗੁੱਡ ਗੜਾਈ ਦਾ, ਤੇ ਜਦੋਂ ਇਹ ਨਹੀਂ ਹੁੰਦਾ ਉਦੋਂ ਫਿਰ ਘਰਾਂ 'ਚ ਕਰ ਲਈਦਾ, ਪੋਚੇ ਪੁੱਚੇ ਲਾ ਦਈਦੇ। ਕੰਮ ਤਾਂ ਹੁਣ ਵੀ ਘਰਾਂ ਦਾ ਕਰਕੇ ਆਉਂਦੇ ਆ, ਹੁਣ ਵੀ ਕਿਹੜਾ ਗਾਹ ਛੱਡਿਆ ਜਾਂਦਾ ਗਾ। ਜੇ ਵੀ ਮਾੜੀ ਮੋਟੀ ਮਹਿੰਗਾਈ ਘੱਟ ਹੋਵੇ ਤਾਂ ਸਾਨੂੰ ਵੀ ਥੋੜਾ ਬਹੁਤ ਸ਼ਾਂਤੀ ਹੋਵੇ ਦਿਮਾਗ ਨੂੰ। ਪਹਿਲੇ ਜਿਹੜੇ ਕੱਪੜੇ ਦਾ ਨਹੀਂ, ਦੁੱਧ ਦੀ ਹੋਰ ਕਰ ਚੰਗਾ ਖਾ ਨਾ ਦਿਆ, ਕੋਈ ਚੰਗਾ ਪੈ ਨਾ ਦਿਆ, ਕੰਮ ਕਰਨਾ ਸਿਰ ਹੋਆ। ਕਪਾਹ ਕੁੱਤੀ ਲਾਉਣ ਤਾਂ ਜੱਟ ਜ਼ਿਮੀਂਦਾਰ ਫਿਰ ਲਾਉਣ, ਸਾਨੂੰ ਵੀ ਹੁੰਦਾ ਵੀ ਚਲੋ ਬੁੜੀਆਂ ਦੀ ਮਿਹਨਤ ਬੁਰੀ ਹਾਲਤ ਹੈ ਸਾਡੀ ਕਬੀਰ। ਮੈਂ ਤਾਂ ਨਾ ਜਿਉਣਾ ਮੌਤ ਵੀ ਚੰਗੀ ਮਿਲ ਜੇ, ਜੋ ਵੀ ਚੰਗੀ ਵਕਤ ਮਿਲ ਜਾਂਦੀ, ਇੱਕ ਵਕਤ ਮਿਲਦੀ ਨਹੀਂ। ਤੁਸੀਂ ਹੁਣ ਵੈਸੇ ਕੰਮ ਕੀ ਕਰ ਰਹੇ ਹੋ? ਬਸ ਕੰਮ ਤੋਂ ਆਪ ਕੰਮ ਨੂੰ ਵਿਹਲੇ ਕਰ ਰਹੇ ਆ, ਵਿਹਲੇ ਭੁੱਖੇ ਮਰ ਰਹੇ ਆ। ਵੀਰ ਬਸ ਕਿੰਨ ਕੇ ਦੱਸेंगे ਕਿ ਪੁੱਛੋਗੇ ਸਾਤੇ, ਸਾਡਾ ਦਾ ਬੁਰਾ ਹਾਲ ਜਿੰਨਾ ਤੁਸੀਂ ਕਰੋ ਨਹੀਂ। ਅਗਲਾ ਡੋਲ ਤੇ ਚੜ ਨਹੀਂ ਪੈਂਦਾ ਜਦੋਂ ਅਗਲਾ ਮਾਮਾ ਸਾਡਾ ਕੱਟੀ ਬੈਠਣ ਨੂੰ ਵੀ ਸੌ ਨਹੀਂ ਮਿਲਦੇ ਵੀਰ, ਤੁਸੀਂ ਕੇ ਸਾਤੇ ਪੁੱਛੋਗੇ ਕਿ ਤੁਸੀਂ ਭੈਣ ਭਾਈਆਂ ਵਰਗੇ ਲਾ ਲਾ, ਮਾਂ ਬਾਪਾਂ ਵਰਗੇ ਲਾ ਲਾ, ਮਾਵਾਂ ਗੱਲਾਂ ਕਰ ਲਈਏ। ਸਾਨੂੰ ਆਏ ਨਹੀਂ, ਹੁਣ ਅਸੀਂ ਕੱਖਾਂ ਜਾ ਰਹੀਆਂ ਵੀ ਅਸੀਂ ਆਪਣੀ ਇੱਜ਼ਤ ਲੈ ਕੇ ਵੀ ਆਪਣੇ ਘਰ ਨੂੰ ਮੁੜੇ। ਹੁਣ ਆ ਦੇਖਾ ਸਿਆਣੀ ਸਿਆਣੀ ਅਸੀਂ ਤਰ੍ਹਾਂ ਜਾਂਦੀਆਂ 2 ਇਕੱਠੀਆਂ ਹੋ ਕੇ, ਕੱਲੇ ਦਾ ਕੋਈ ਇੱਥੇ ਧਰਤੀ ਨਹੀਂ ਬਣੀ ਰਿਹਾ ਵਾ। ਇੱਥੇ ਤਾਂ ਬੁਰੇ ਹਾਲ, ਸਾਡੇ ਤਾਂ ਬਹੁਤ ਬੁਰੇ ਹਾਲ ਆ। ਮੈਂ ਤਾਂ ਬਹੁਤ ਦੁਖੀ ਹਾਂ। ਨਹੀਂ, ਪਿੰਡ ਵਿੱਚ ਕੋਈ ਇਹੋ ਜਿਹੀ ਘਟਨਾ ਹੋਈ ਹੈ? ਘਟਨਾ ਬਥੇਰੀਆਂ ਹੋ ਰਹੀਆਂ ਨੇ ਵੀਰੇ, ਹੁਣ ਨੂੰ ਕੋਈ ਹੈ ਗਈ ਨੇ, ਬਹੁਤ ਹੋ ਰਹੀਆਂ ਨੇ। ਤੁਸੀਂ ਆਪਣੀ ਗੱਲ ਦੱਸੋ। ਹੋਰ ਕੋਈ ਫਾਇਦਾ ਨਹੀਂ, ਇੱਥੇ ਕਦੀ ਜਿਸ ਤਰ੍ਹਾਂ ਕਿਸੇ ਨੇ, ਜਿਸ ਤਰ੍ਹਾਂ ਤੁਸੀਂ ਕਹਿੰਦੇ ਗਾਲੀ ਗਲੋਚ ਜਾਂ ਕਿਸ ਤਰ੍ਹਾਂ ਗਾਲਾਂ ਕੱਢਦੇ ਨੇ ਵੀਰੇ, ਕਿਸੇ ਕਿਹਦਾ ਨਾ ਲੈ ਜੀ, ਜਿੱਟੇ ਦੇ ਡਰਦੇ ਅਸੀਂ ਤਾਂ ਵੀਰ ਪੈਂਦਾ ਡਰਦੇ ਵੀਰੇ, ਅਸੀਂ ਜਾਵਾਂਗੇ ਨਾ ਲੈਂਦੇ ਆ। ਅਲੇ ਮਾਂ ਭੈਣ ਕੋਈ ਨਹੀਂ ਬੋਲਦਾ, ਅਸੀਂ ਕੱਖਾਂ ਨੂੰ ਗਈਆਂ ਇੰਨੀ ਕੱਖ ਨਹੀਂ ਕੱਢੇ, ਜਦੋਂ ਮਾਮਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਗਿਆ ਐਵੇਂ ਨਿਕਲ ਕੇ ਆ ਕੇ ਦਾਬੀ ਵੱਢ ਕੇ ਨਦੀ ਚੋਂ ਘਰਾਂ ਵੜੀਆਂ। ਮਾਮਾ ਭੈਣਾਂ ਦੀਆਂ ਗਾਲਾਂ ਵੀਰ ਤਾਂ ਬਸ ਠੀਕ ਆ, ਤੈਨੂੰ ਦੱਸ ਰਹੇ ਕੱਢਦੇ ਨੇ। ਡੰਗਰ ਪਸ਼ੂ ਸਾਰਾ ਕੋਈ ਨਹੀਂ ਨਿਕਲ ਸਕਦਾ, ਕੋਈ ਸਾਡਾ ਬੱਚਾ ਨਹੀਂ ਕੱਟੀ ਫਿਰ ਸਕਦਾ, ਕੋਈ ਸਾਡੇ ਤੋਂ ਗੋਹੇ ਨਾ ਮਿਲਣਾ ਨਾ ਸਾਰੀਆਂ ਧੀਆਂ ਲੈਣਾ, ਸਾਰਾ ਬਾਹਰ ਅੰਦਰ ਜਾਂਦੇ ਆ, ਨਾ ਸਾਰਾ ਕੋਈ ਲੈਟਰਿੰਗ, ਨਾ ਸਾਰਾ ਗੌਰਮੈਂਟ ਨੇ ਬਣਾਈ, ਨਾ ਸਰਪੰਚ ਨੇ ਬਣਾਈ, ਨਾ ਪੰਚਾਇਤ, ਸਾਰਾ ਕੋਈ ਨਹੀਂ। ਇਸ ਕਰਨਾ ਤਾਂ ਬੁੰਗਾ ਅੱਜ ਲਿਆਣੇ ਸਾਹਮਣੇ, ਇੱਧਰ ਜਾਂਦੇ ਆ ਜਾਂ ਇੱਧਰ ਜਾਂਦੇ ਆ, ਸਾਰਾ ਮਿਲਤੇ ਨਿਆਣੇ ਸਾਡੇ ਮੰਜਿਆਂ ਤੇ ਗਿਰ ਜਾ ਬੁਰੇ ਹਾਲ। ਉਹਨਾਂ ਨੂੰ ਅਸੀਂ ਬਾਹਰ ਤੇ ਬੁੰਗਾ ਧੀਆਂ ਨੂੰ ਲੈ ਕੇ ਉਹਨਾਂ ਨੂੰ 10 ਦਿਨ ਅੰਦਰ ਰੱਖ ਲਾਂਗੇ ਨਾ ਜੀ। ਵੀਰੇ ਗਾਲ ਕੱਢ ਦਿੰਦੇ ਨੇ, ਕਹਿੰਦੇ ਨੇ ਗਾਹਾਂ ਬਾਬੂ ਜੀ ਮਾਂ ਦੀ ਗਾਲ ਵੀ ਕੱਢ ਦਿੰਦੇ ਨੇ, ਭੈਣ ਦੀ ਗਾਲ ਵੀ ਕੱਢਦੇ ਨੇ, ਫਿਰ ਚੁੱਪ ਕਰ ਜਾਂਦੇ ਆਪ ਵੀ ਆਪਾਂ ਨੇ ਤਾਂ ਇਹਨਾਂ ਦੇ ਖੇਤਾਂ 'ਚ ਬੈਠਣਾ। ਵਿਆਹ ਗਾਹਾਂ ਹੋ ਜਾਂਦੇ, ਗਾਹਾਂ ਫੇਰ ਅਗਲਾ ਕਹਿੰਦਾ ਗਾਹਾਂ ਬਾਗ ਜੋ ਕਿਤੇ ਖਾਲ ਤੇ ਵੱਢ ਲਈ, ਵਿਆਹ ਗਾਹਾਂ ਕਹੀ ਜਾਂਦੇ ਨੇ, ਕੋਈ ਸਾਗ ਨਹੀਂ ਤੋੜ ਦਿੰਦਾ ਇਸ ਮੌਕੇ ਤੇ ਸਾਨੂੰ। ਜਿਹੜੇ ਹੱਥ ਆ ਇੰਨੇ ਖਰਾਬ ਕਿਵੇਂ ਹੋਏ ਆ? ਇਹ ਜਿੱਥੇ ਜਾਂਦੀ ਆ ਗਾਹ ਸਿੱਟਣ ਹੋਣਗੇ, ਇੱਥੇ ਪਤਾ ਲੱਗਦਾ ਕੰਮ ਦਾ। ਤਾਂ ਅਗਲੇ ਭਾਂਡੇ ਵੀ ਮਾਜਣੇ, ਗੋਹਾ ਪੱਥਣਾ ਵੀ, ਸਿੱਟਣਾ ਵੀ, ਸਫਾਈ ਵੀ ਤਾਂ ਹੀ ਹੋਊ ਜੇ ਘਰੇ ਆਪਦੇ ਚੰਗਾ ਦਿਨ ਲੱਗਣਗੇ। ਕਰਨਾ ਜ਼ਿਮੀਦਾਰ ਦੇ ਮੂਹਰੇ ਹੱਥ ਇਸ ਤਰ੍ਹਾਂ ਖਰਾਬ ਹੋਣਗੇ, ਇਹਨਾਂ 'ਚ ਗੋਹਾ ਪੈਣਾ, ਸਵਾਹ ਪੈਣੀ ਆ, ਕਿਹੜਾ ਅਗਲੇ ਦਾ ਜੱਟ ਦਾ ਨਹੀਂ ਹਿਸਾਬ ਆ। ਹੁਣ ਕੱਲਾ ਸਿੱਟ ਕੇ ਗੋਹਾ ਤਾਂ ਨਹੀਂ ਮੁੜਨਾ, ਅਗਲੇ ਕਹਿੰਦੇ ਪਤੀਲੇ ਵੀ ਮਾਰ ਜਾ, ਕੁੜੇ ਭਾਂਡੇ ਵੀ ਮਾਰ ਜਾ, ਆਹ ਕੁਛ ਚੱਲ ਰਿਹਾ ਜੀ ਕੰਮ। ਪਹਿਲਾਂ ਤਾਂ ਜੀ ਕੰਮ ਬਹੁਤ ਕਰਿਆ ਸੀ, ਹੁਣ ਤਾਂ ਮੈਂ ਇੰਨਾ ਠੀਕ ਹੁੰਦਾ ਨਹੀਂ ਕੰਮ, ਹੁਣ ਤਾਂ ਮੈਂ ਠੀਕ ਹੀ ਕਰਦੀ ਆ। ਹਾਂ, ਇੰਨਾ ਕੰਮ ਤਾਂ ਹੁੰਦਾ ਨਹੀਂ ਜੀ, ਪਹਿਲਾਂ ਬਹੁਤ ਕਰਿਆ ਕੰਮ, ਅੰਤ ਨਹੀਂ ਛੱਡਿਆ ਕੰਮ ਕਰਨ ਦਾ, ਬੜਾ ਕੰਮ ਕਰਿਆ। 10 ਘਰਾਂ ਦਾ ਗੋਹਾ ਸੁੱਟਦੀ ਰਹੀ ਇਕੱਲੀ, ਬੇਪੁੱਜ ਕੇ ਜਾਵੇ। ਕੀ ਗੱਲ ਹੋਈ ਫਿਰ? ਕੀ ਗੱਲ? ਹੁਣ ਬਸ ਢਿੱਲੀ ਰਹਿੰਦੀ ਆ। ਮੈਨੂੰ ਬੀਬੀਆਂ ਸੀ, 2 ਬੱਚੇ ਸੀ, 3 ਬੀਬੀਆਂ ਵਿਆਹ ਤੋਂ, ਕੁਛ ਦਾ ਪਾਪਾ ਰਾਜਦਾ ਰਿਹਾ, ਕੁਛ ਮੈਂ ਗੋਹਾ ਸੁੱਟਦੀ ਰਹੀ, ਕੁਛ ਮੁੰਡਾ ਵੱਡਾ ਕੰਮ ਕਰਦਾ ਰਿਹਾ, ਕਰਜ਼ੇ ਕੁਰਜ਼ੇ ਚੱਕ ਕੇ ਵਿਆਹ ਤੋਂ ਸਾਰੇ।
ਇੱਕ ਬੱਚਾ ਰਹਿ ਗਿਆ ਬਸ ਛੋਟਾ, ਉਹ ਵੀ 17-18 ਸਾਲ ਦਾ ਵੀ ਰਿਹਾ ਵਾ ਜੱਟਾਂ ਨਾਲ। ਇਹਦਾ ਪਾਪਾ ਵੀ ਰਿਹਾ ਵਾ, ਉਹਦੀ ਵੀ ਗੋਡੇ ਬਹੁਤ ਦੁਖਦੇ, ਢੂਈ ਦੁਖਦੀ ਆ, ਉਹ ਜ਼ਿਕਰ ਜੀ ਕਰੀ ਜਾਂਦਾ, ਫਿਰ ਕੰਮ ਕਰੇ ਉਹਨਾਂ ਤਾਂ ਸਰਦਾ ਨਹੀਂ, ਵੇਲਾ ਨੂੰ ਕਿਹੜਾ ਪਰੌਠੇ ਦਿੰਦਾ। Women, children and old people are worst hit. ਪੈਂਦੀ ਸਿਹਤ ਤੇ ਜਦੋਂ ਹਰ ਟਾਈਮ ਕੰਮ ਕਰਨਾ, ਗਰੀਬਾਂ ਘਰਾਂ 'ਚ ਖਾਣ ਨੂੰ ਕੀ ਹੈ, ਘਰ ਦਾ ਵੀ ਕਰਨਾ, ਬਾਹਰ ਵੀ ਕਰਨਾ, ਕਰਕੇ ਵੀ ਆਉਣਾ, ਫੇਰ ਜਾ ਕੇ ਆਪ ਹੀ ਕਰਨਾ। ਪੈਸੇ ਦੀ ਲੋੜ ਪੈਂਦੀ ਆ, ਅਸੀਂ ਕਿਸੇ ਤੋਂ ਉਧਾਰ ਫੜ ਕੇ ਵਿਆਜ ਤੇ ਟਾਈਮ ਪਾਸ ਕਰਦੇ ਆ। ਤੇ ਬਾਕੀ ਜਿਵੇਂ ਕੋਈ ਘਰਾਂ 'ਚ ਕੋਈ ਬੱਚਾ ਬਿਮਾਰ ਹੋ ਗਿਆ ਸਾਡਾ, ਜਾਂ ਅਸੀਂ ਵੀ ਉਹਨੂੰ ਕਹੀਦਾ ਵੀ ਹਸਪਤਾਲ ਲੈ ਜਾਵਾਂਗੇ, ਪੈਸੇ ਬਹੁਤ ਜ਼ਿਆਦਾ ਲੱਗਣਗੇ, ਕਿੱਥੋਂ ਲੈ ਜੀ, ਤੇ ਕਹੀਦਾ ਵੀ ਇੱਥੇ ਆਪੇ ਠੀਕ ਹੋ ਜਾਊਗਾ, ਹੋਰ ਕੀ ਆ ਵੀ ਚੱਲ ਦੇਖ ਕੇ ਘਰੋਂ ਗੋਲੀ ਮਾਰੀ ਠੀਕ ਹੈ, ਟਾਈਮ ਪਾਸ ਕਰ ਲਈਦਾ। ਇਹ ਟੁੱਟੀ ਹੋਈ ਹੈ ਜੀ, ਇਹ ਇਹਨੂੰ ਕਦੇ ਬਦਲਾਉਣ ਵਾਲੀ ਹੋ ਰਹੀ, ਜਿਹਦੇ ਦੀਂਦਾ ਕੁਛ ਨਹੀਂ। ਹੁਣ ਇੰਨੀ ਪਰਜਾ ਖੜੀ ਇਹਦੇ ਵਿੱਚ ਕੁਛ ਨਹੀਂ ਦੀਂਦਾ ਹੈਗਾ। ਅੱਛਾ ਹਾਂ, ਤੇ ਤੁਸੀਂ ਇਹਨੂੰ ਫਿਰ ਬਦਲਾਉਂਦੇ ਕਿਉਂ ਨਹੀਂ ਜੀ? ਬਸ ਜੀ ਇਹ ਗਰੀਬੀ ਦਾ ਵਿੱਚ ਤੈਨੂੰ ਦੱਸੀ ਜਾਂਦੇ ਆ, ਰੋਟੀ ਦੀ ਸੈਂਸਾ ਰਹਿੰਦਾ, ਕਾਹਦੇ ਨਾਲ ਬਦਲਾਈਏ, ਬਦਲਾਉਣ ਦਾ ਬਥੇਰਾ ਜੀ ਕਰਦਾ। ਤੇ ਦਿਖਦਾ ਤੁਹਾਨੂੰ ਕਿੰਨਾ ਕੁ ਇਹਦੇ ਨਾਲ? ਇਹਦੇ ਨਾਲ ਜੇ ਦਿਖ ਜਾਂਦਾ ਮੈਨੂੰ, ਉਹ ਕਿੱਕਰਾ ਟੱਕਰਾ, ਉਹ ਕਿੱਕਰ ਦਾ ਬਾਅਦ ਮਾਰੇ ਧੁੰਦੇ ਧੁੰਦੇ ਦੀ ਨੇ। ਅੱਛਾ ਹਾਂ, ਤੇ ਡਾਕਟਰ ਕੀ ਕਹਿੰਦਾ, ਸ਼ੀਸ਼ਾ ਬਦਲਣਾ? ਹਾਂ ਜੀ ਬਈ ਇਹ 2-4 ਮਹੀਨੇ ਪਿੱਛੋਂ ਵੀ ਇਹ ਸ਼ੀਸ਼ਾ ਬਦਲਣਾ ਪੈਂਦਾ। ਹੁਣ ਆਪਣੀ ਕਮਜ਼ੋਰੀ ਮਾਰੀ ਜਾਂਦੀ ਜੇ ਸ਼ੀਸ਼ਾ ਨਹੀਂ ਬਦਲਾਇਆ ਗਿਆ। ਬਹੁਤਾ ਖੇਤ ਮਜ਼ਦੂਰ ਦਾ ਕਰਜ਼ਾ, ਬਿਮਾਰੀ ਦਾ ਕਰਜ਼ਾ ਤੇ ਵਿਆਹ ਸ਼ਾਦੀਆਂ ਦਾ ਕਰਜ਼ਾ, ਬਹੁਤਾ ਕਰਜ਼ੇ ਦਾ ਹਿੱਸਾ ਸਿਰਫ 2 ਕੰਮਾਂ ਲਈ ਪੰਜਾਬ ਦੇ ਅੰਦਰ ਲਿਆ ਜਾਂਦਾ, ਔਰ ਇਹ ਕਰਜ਼ਾ ਉਹ ਮੋੜਨ ਦੀ ਕੋਸ਼ਿਸ਼ 'ਚ ਕਦੇ ਵੀ ਨਹੀਂ ਹੁੰਦੇ, ਇਸ ਕਰਕੇ ਕਰਜ਼ਾ ਅੱਗੇ ਤੋਂ ਅੱਗੇ ਵੱਧਦਾ ਚਲਾ ਜਾਂਦਾ। ਸਾਨੂੰ ਲੈਣਾ ਪੈਂਦਾ ਹੈ, ਸਾਡਾ ਸਰਦਾ ਨਹੀਂ, ਜੇ ਸਾਡੇ ਪੱਲੇ ਹੈ ਨਹੀਂ ਅਸੀਂ ਧਾਰ ਤਾਂ ਲੈਣਾ ਹੀ ਲੈਣਾ। ਹੁਣ ਜੇ ਬੱਚਿਆਂ ਦੇ ਕਾਰਜ ਕਰਾਂਗੇ ਜਾਂ ਆਪਾਂ ਨੂੰ ਕਿਸੇ ਤੋਂ ਸਮਾਨ ਚਾਹੀਦਾ, ਆਪਾਂ ਉਹਨੂੰ ਰੇਟ ਕਿਵੇਂ ਕਰਾਂਗੇ? ਰੇਟ ਤਾਂ ਅਗਲਾ ਪਹਿਲਾਂ ਸੋਚ ਕੇ ਲਾਉਂਦਾ ਧਾਰ ਵਾਲੇ ਨੂੰ, ਇਹ ਤਾਂ ਹਰੇਕ ਨੂੰ ਪਤਾ ਹੈ। ਸਾਡਾ ਨਹੀਂ ਸਰਦਾ, ਅਸੀਂ ਲੈ ਕੇ ਵਰਤਾਂਗੇ, ਸਾਨੂੰ ਵਰਤਣਾ ਪੈਂਦਾ। ਉਹ 20 ਸਾਲ ਹੋ ਗਏ ਜੀ ਨੌਕਰੀ ਕਰਦੇ ਨੂੰ। ਅੱਛਾ ਜੀ, ਮੈਂ ਵਿਆਜ ਮੈਂ ਲੱਗ ਰਿਹਾ, ਮਤਲਬ ਵਿਆਜ ਮੈਂ ਲੱਗ ਰਿਹਾ, ਨੌਕਰੀ ਮੇਰੀ ਵਿਆਜ ਮੈਂ ਪੂਰੀ ਹੋ ਗਿਆ ਜੀ, ਵਿਆਜ ਮੈਂ ਪੂਰੀ ਹੋ ਗਿਆ, ਆਪਣਾ ਅੱਗੇ ਵਾਸਤੇ ਖਰਚਾ ਪਾਣੀ ਮਸਾਂ ਦੇ ਜੀ ਮੈਨੂੰ, ਰੋ ਗਿਆ ਜੱਟ। ਬੱਚੇ ਮੇਰੇ ਜੀ ਪੜ੍ਹਾਈ ਦੇ ਬਿਨਾਂ ਇਸਤਰੀ ਰਹੇ ਜੀ, ਬੱਚੇ ਮਤਲਬ ਇਤਰੀ ਆਪਣਾ ਮਸਾਂ ਖਰਚਾ ਦੇ ਆ, ਮੈਂ ਆਪਣਾ ਹੋਰ ਕੁਛ ਨਹੀਂ ਦਿੰਦੇ ਜੀ। ਮੈਂ ਆਪਣਾ 20 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ, ਇਹਨਾਂ ਦਾ ਵਿਆਜ ਕੇ ਵਿੱਚ ਮੈਂ ਲੱਗ ਰਿਹਾ। 90,000 ਅੱਜ ਕਰਜ਼ਾ ਦੇਣਾ ਮੈਨੇ, ਵਿਆਜ ਨਹੀਂ ਮੇਰੇ ਜੀ, ਨੌਕਰੀ ਥੀ ਪੂਰੀ ਕਰ ਰਹੇ ਮੇਰੀ। ਬੱਚੇ ਤਾਂ ਜਾਣ ਜੀ, ਤਾਂ ਦੱਸਿਆ ਨੇ ਵੀ ਗਰੀਬੀ ਦਾਵੇ ਕਰਕੇ ਨਹੀਂ ਜਾਇਆ ਜਾਂਦਾ ਹੈਗਾ। ਜਦੋਂ ਫੀਸ ਨਹੀਂ ਭਰੀ ਗਈ, ਦੇਖੋ ਜੀ ਕਾਪੀਆਂ ਕਿਤਾਬਾਂ ਮੰਗਣੀਆਂ ਨੇ ਬੱਚਿਆਂ ਨੇ, ਤਾਂ ਉਹ ਨਹੀਂ ਸਾਥੋਂ ਪੁੱਗੀਆਂ ਹੈਗੀਆਂ। ਉਹ ਭੈਣ ਜੀ ਤਾਂ ਉੱਥੋਂ ਡੰਡਾ ਮਾਰ ਕੇ ਡੱਕਰੇ ਦੇਣਾ, ਫੀਸ ਲਿਓ ਕਿੱਥੋਂ ਦੇਈਏ ਜੀ? ਫਿਰ ਅਸੀਂ ਜਦੋਂ ਘਰੇ ਤਾਂ ਕੁਛ ਹੈ ਨਾ, ਫੀਸ ਇਹਨਾਂ ਨੂੰ ਬੱਚਿਆਂ ਨੂੰ ਕਿੱਥੋਂ ਦੇਈਏ ਅਸੀਂ? Health and education are 2 vital variables for human development. Here these variables are unaffordable, so they appear negated altogether. ਪਾਪਾ ਜੀ ਪੜ੍ਹਾ ਨਹੀਂ ਸਕਦੇ ਸੀ ਅਸੀਂ, ਬਸ ਫਿਰ ਪੜਨ ਲੱਗੇ ਨੇ ਹੈਗੇ, ਘਰ ਦੀ ਕਮਜ਼ੋਰੀ ਜ਼ਿਆਦੀ। ਸਕੂਲ ਗਏ ਹੀ ਨਹੀਂ? ਨਾ ਨਹੀਂ, ਪੜਨ ਨਹੀਂ ਭੇਜਦੇ ਜਵਾਕਾਂ ਨੂੰ, ਪੜਨ ਭੇਜੀ ਕਿੱਥੋਂ ਹੀ, ਸਾਡੇ ਕੋਲ ਇੰਨਾ ਪੈਸਾ ਹੀ ਹੈ ਨਹੀਂਗਾ। ਜਿਵੇਂ ਹੁਣ ਫੀਸ ਨੂੰ ਪੈਸੇ ਚਾਹੀਦੇ ਆ, ਜਾਂ ਹੋਰ ਬੱਚਾ ਰੋਜ਼ ਪੈਸੇ ਮੰਗਦਾ, ਦੇਖ ਕੇ ਇੱਕ ਦੂਜੇ ਬੱਚੇ ਨੂੰ ਸਾਨੂੰ ਪੈਸੇ ਦਿਓ, ਸਾਡੇ ਕੋਲ ਨਹੀਂ ਪਹੁੰਚ ਨਹੀਂ ਹੁੰਦੀ ਗੀ। ਬਾਕੀ ਕਾਪੀ ਜਿਵੇਂ ਦੂਏ ਤੀਏ ਦਿਨ ਕਾਪੀ ਮੰਗਦਾ, 5-7 ਰੁਪਏ ਦੀ ਕਾਪੀ 10 ਰੁਪਏ ਦੀ ਆਉਂਦੀ ਹੈ, ਸਾਡੇ ਕੋਲ ਇੰਨੀ ਵੀ ਪਹੁੰਚ ਨਹੀਂ ਹੁੰਦੀ ਵੀ ਅਸੀਂ ਬੱਚੇ ਨੂੰ ਦੂਏ ਤੀਏ ਦਿਨ ਕਾਪੀ ਲੈ ਕੇ ਦੇਈਏ। ਫਿਰ ਬੱਚੇ ਨੂੰ ਕਹੀਦਾ ਵੀ ਚਲੋ ਠੀਕ ਹੈ, ਜੇ ਜਾਂਦਾ ਨਹੀਂ, ਫਿਰ ਤੁਰਿਆ ਫਿਰਦਾ ਰਹਿੰਦਾ, ਜਿਹਨੂੰ ਨਹੀਂ ਸਾਡੇ ਕੋਲ ਪਹੁੰਚ। ਤੁਸੀਂ ਦੱਸ ਉਹਦੇ ਬਾਰੇ ਦੱਸੋ ਕਿ ਕਿੰਨੇ ਕੁ ਸਾਲ ਤੋਂ ਕੰਮ ਕਰ ਰਹੀ ਹੈ, ਕੀ ਦੇਣ ਲੈਣ ਆ, ਸਾਰਾ ਕੁਝ ਉਹਦੇ ਬਾਰੇ? ਉਹ ਕਈ ਸਾਲਾਂ ਤੋਂ ਕੰਮ ਕਰਦੀ ਹੈ। ਉਹ ਆਪਾਂ ਤਾਂ ਨਗਦ ਪੈਸਾ ਲੈ ਜਾਂਦੇ, ਜੇ ਕੋਈ ਲੋੜਵੰਦ ਹੁੰਦਾ ਤਾਂ ਉਹ ਕਹਿੰਦੇ ਵੀ ਇਸ ਨੂੰ ਇਕੱਠੇ ਪੈਸੇ ਦੀ ਲੋੜ ਹੈ, ਵੀ ਆਪਦਾ ਮੈਂ ਵਿਆਜ ਤੇ ਸਿੱਟ ਦੂੰਗੀ। ਫਿਰ ਉਹ 5-7 ਹਜ਼ਾਰ ਪੈਸੇ ਲੈ ਜਾਂਦੀ ਹੈ, ਆਪਣਾ ਕੰਮ ਸਾਰ ਲੈਂਦੀ ਹੈ, ਆਪਣਾ ਉਸਨੂੰ
ਘਰੇ ਆਈ ਨੂੰ ਸਦੇਹਾਂ ਆਉਂਦੀ ਹੈ ਬਹੁਤ ਕੜਾ ਸਿੱਟਣ, ਤਾਈ ਨੂੰ ਅਸੀਂ ਰੋਟੀ ਟੁੱਕ ਵੀ ਦਿੰਦੇ ਹਾਂ, ਸਵੇਰ ਆਉਂਦੀ ਨੂੰ ਚਾਹ ਪਾਣੀ ਵੀ ਦਿੰਦੇ ਹਾਂ। There is no social security around it. It is the most unfortunate human tragedy, and that is where the human right violation is taken. And when it is combined with the democratic rights, because when a larger number of people whom the government should respond stops responding, it becomes a democratic rights issue. Because they have to, government has to ensure that everybody gets an equal ground for growth of its potentialities. ਆਪਾਂ ਵੋਟਾਂ ਨਾ ਪਾਉ ਜਿਹੜਾ ਹਾਂ ਵੋਟਾਂ ਪਾਉ ਵੋਟਾਂ ਨਾਲ ਬਥੇਰੀਆਂ ਪਵਾ ਲੈਂਦੇ ਨੇ ਬੜਿਆ ਬੜਾ ਕੇ ਪਵਾ ਲੈਂਦੇ ਨੇ, ਉਹ ਤਾਂ ਬਥੇਰਾ ਵੜਾ ਲੈਂਦੇ ਨੇ, ਉਹ ਤਾਂ ਕਹਿੰਦੇ ਛੇਤੀ ਆ ਜਾਓ ਛੇਤੀ, ਉਹ ਤਾਂ ਗੱਡੀਆਂ ਬਾਹਰ ਚਲਾ ਦਿੰਦੇ ਨੇ। ਜਾਂ ਤਾਂ ਕੁਝ ਸਾਰਾ ਬਣਾਵਾਂਗੇ ਫਿਰ ਤਾਂ ਹਮ ਜ਼ਰੂਰ ਹੱਥ ਬੰਨ ਕੇ ਖਵਾਸਟ ਆਪਕੇ ਪਾਸ ਕਰਾਂਗੇ ਜ਼ਰੂਰ। ਜਾਂ ਸਾਡਾ ਨਹੀਂ ਮਖੌਲ ਕਰਵਾਉਣਾ ਲੋਕਾਂ ਦਾ, ਸਾਡੇ ਤਾਂ ਹੋਰ ਬਾਰ ਪੈ ਜਾਵੇ, ਜ਼ਿੰਮੇਦਾਰ ਸਮਝੇ लखन नहीं देने के बाहर। आज ये देख कर हम तंग करेंगे हो विजय देश का कोई मसला हल होगा तो ठीक है, जाए फिर सारी होर जिद्दन जिद्दी होगी फिर तो कोई फायदा नहीं। Widening gap between the Dalits and their economic level and that level of the others. So this may well lead to a lot of political upheaval and social upheaval, and we'll have to face a lot of I don't know, it could lead to violence or anything. When there's injustice, it can lead to anything. ਤੁਹਾਡੇ ਡੈਡੀ ਨੂੰ ਕੀ ਹੋਇਆ ਸੀ? ਮੇਰੇ ਡੈਡੀ ਦਾ ਜੀ ਪਹਿਲੇ ਦਿਨਾਂ ਤੋਂ ਜੀ ਉਹ ਛੀਰ ਕਰਦੇ, ਦਿਹਾੜੀ ਕਰਦੇ ਸੀ। ਉਹ ਮੇਰੇ ਡੈਡੀ ਦੇ ਦਿਮਾਗ ਤੇ ਲੋਡ ਪਿਆ ਸੀ, ਫਿਰ ਉਹ ਜੀ ਗੱਡੀ ਨਾ ਹੋ ਗਈ। ਉਹ ਜੀ ਬਸ ਹੁਣ ਉਹ ਕਰਦੇ ਸੀ, ਜੋ ਪਹਿਲੇ ਦਿਨ ਅਸੀਂ ਕਰਜ਼ਾ ਜ਼ਿਆਦਾ ਦੇਣਾ ਸੀ, ਉਹਦੇ ਦਿਮਾਗ ਤੇ ਲੋਡ ਪਿਆ ਸੀ। ਤੁਸੀਂ ਕੀ ਕਰਦੇ ਹੋ ਅੱਜਕੱਲ੍ਹ? ਅਸੀਂ ਤਾਂ ਜੀ ਦਿਹਾੜੀ ਕਰਦੇ ਹਾਂ, ਦਿਹਾੜੀ ਕਰ ਲੈਂਦੇ ਤਾਂ ਖਾ ਲੈਂਦੇ ਹਾਂ, ਜੇ ਮੇਰੀ ਬੀਬੀ ਲਿਆ ਦਿੰਦੀ ਹੈ ਤਾਂ ਖਾ ਲੈਂਦੇ ਹਾਂ। ਮੇਰੀ ਬੀਬੀ ਲਿਆਉਂਦੀ ਹੈ, ਜੇ ਜਾਂਦੀ ਹੈ ਤਾਂ ਲਿਆਉਂਦੀ ਹੈ, ਨਹੀਂ ਅਸੀਂ ਬਸ ਫਿਰ ਮੇਰੀ ਮਾਸੀ ਦਿੰਦੀ ਹੈ ਤਾਂ ਅਸੀਂ ਖਾਂਦੇ ਹਾਂ। ਤੁਸੀਂ ਨਹੀਂ ਕੰਮ ਕਰਦੇ? ਤਾਂ ਆਹੀ ਕਣਕ ਵੱਢ ਲਈ ਕਿਤੇ, ਬਸ ਹੋਰ ਕੰਮ ਧੰਦਾ ਕਰ ਲਿਆ, ਕੋਈ ਨਰਮਾ ਚੁਗ ਲਿਆ ਜੀ, ਹੋਰ ਬਸ। ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਕਿੱਦਾਂ ਦੀ ਜ਼ਿੰਦਗੀ ਦੀ ਉਮੀਦ ਕਰਦੇ? ਬਸ ਜੀ ਹੁਣ ਜਾਈ ਜੀ, ਬਸ ਉਹ ਹੋ ਜੂ ਜ਼ਿੰਦਗੀ, ਬਸ ਠੀਕ ਆ। ਫਿਰ ਵੀ ਕਿੱਦਾਂ ਦੀ? Everybody in the establishment, both political and administrative, knows everything. What will make them act is yet to be known.